Now we're going to start short answer type questions of chapter Hitler, Rise of Hitler, है ना. So first question है, analyze the birth of Weimar Republic. ठीक है, विमार रिपब्लिक किद्दां स्टार्ट हुई उसदे बारे दसना. और हाउ वाज द विमार रिपब्लिक बॉर्न इन जर्मनी, है ना. एक्सप्लेन. तो विमार रिपब्लिक का ही ਆਪਾਂ ਦੱਸਣਾ ਹੈ किस तरीके ਨਾਲ स्टार्ट ਹੋਈ, ਚਾਹੇ ਉਸ ਵੇ ਨਾਲ ਚਾਹੇ ਸੈਕਿੰਡ ਜੋ ਆਪਸ਼ਨ ਹੈ ਔਰ ਹਾउ ਵਾਜ਼ ਵਿਮਾਰ, ਇਹਨਾਂ ਦਾ ਮਤਲਬ ਸੇਮ ਹੀ ਹੈ. ਉਸਨੂੰ ਅਸੀਂ ਦੱਸਣਾ ਹੈ ਕਿ ਵਿਮਾਰ ਰਿਪਬਲਿਕ ਕਿਸ ਤਰੀਕੇ ਨਾਲ ਹੋਣ ਦੇ ਵਿੱਚ ਆਈ, ਕਿਵੇਂ ਸਟਾਰਟ ਹੋਈ ਜਰਮਨੀ 'ਚ. ठीक है. So answer. First, Germany was once a powerful empire that fought the First World War. ਤਾਂ ਜਰਮਨੀ ਇੱਕ ਪਾਵਰਫੁਲ ਐम्पायर ਸੀ ਜਿਸਨੇ ਕਿ ਫਸਟ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ, ਹੈ ਨਾ. ਉਸਨੇ ਲੜਾਈ ਜੰਗ ਕੀਤਾ. ਦ ਵਾਰ ਐਂਡਿਡ ਵਿਦ ਇਟਸ ਡਿਫੀਟ. ਦਾ ਵਾਰ ਕਦੋਂ ਖਤਮ ਹੋਈ ਜਿਹੜੀ ਇਹ ਜੰਗ ਯੁੱਧ ਸੀਗਾ, ਜਿਵੇਂ ਜਰਮਨੀ ਹਾਰਿਆ ਉਸ ਤਰੀਕੇ ਦੇ ਨਾਲ ਇਹ ਵਾਰ ਖਤਮ ਹੋ ਗਈ. ਦ ਇੰਪੀਰੀਅਲ ਡਾਇਨੈਸਟੀ ਆਲ ਕੇਮ ਟੂ ਐਨ ਐਂਡ. ਜੋ ਵੀ ਇੱਥੇ ਰਾਜਵੰਸ਼ ਸੀ ਉਹਨਾਂ ਦਾ, ਜਿਨ੍ਹਾਂ ਦਾ ਰਾਜ ਸੀ, ਉਹ ਸਾਰਾ ਕੁਛ ਇੱਥੇ ਖਤਮ ਹੋ ਗਿਆ ਵਾਰ ਦੇ ਨਾਲ. The abdication of the emperor gave an opportunity to parliamentary parties to recast the German polity and establish a democratic rule there. ਹੁਣ ਦੇਖੋ ਯਾਰ, ਜਿਹੜੇ ਕਿ ਮਨਾਰਕੀ ਸੀ ਉਹ ਕੀ ਚਾਹੁੰਦੇ ਸੀਗੇ ਕਿ ਦੁਬਾਰਾ ਤੋਂ ਉਹਨਾਂ ਨੇ ਆਫਰ ਕੀਤਾ, ਜਿਹੜਾ ਰਾਜਾ ਮਹਾਰਾਜਾ ਸੀ ਜਿਹੜਾ ਜਰਮਨੀ ਦਾ, ਉਸਨੇ ਆਫਰ ਕੀਤਾ, ਜਿਹਦੇ ਹੱਥ ਵਿੱਚ ਸੀ ਜਰਮਨੀ, ਉਸਨੇ ਆਫਰ ਕੀਤਾ ਕਿ ਆਓ ਤੁਸੀਂ ਦੁਬਾਰਾ ਆਪਣਾ ਇੱਕ ਓਪਰਚੁਨਿਟੀ, ਇੱਕ ਮੌਕਾ ਦਿੱਤਾ ਕਿ ਪਾਰਲੀਮੈਂਟਰੀ ਪਾਰਟੀਜ਼ ਨੂੰ ਕਿ ਜਰਮਨੀ ਦੇ ਵਿੱਚ ਤੁਸੀਂ ਪੋਲਿਟੀ ਵਗੈਰਾ ਲੈ ਕੇ ਆਓ, ਹੈ ਨਾ, ਮਤਲਬ ਬਣਾਓ ਅਤੇ ਡੈਮੋਕ੍ਰੈਟਿਕ ਬਣਾਓ ਜਰਮਨੀ ਨੂੰ, ਅਤੇ ਇੱਥੇ ਰੂਲ ਆਪਣਾ ਰਾਜ ਉਸ ਤਰੀਕੇ ਦੇ ਨਾਲ ਚਲਾਓ. ਉਹਨਾਂ ਨੇ ਮੌਕਾ ਦਿੱਤਾ. ਥਰਡ, ਆ ਨੈਸ਼ਨਲ ਅਸੈਂਬਲੀ ਮੇਟ ਐਟ ਵਿਮਾਰ. ਤਾਂ ਉਹਨਾਂ ਨੇ ਕੀ ਕੀਤਾ, ਨੈਸ਼ਨਲ ਇੱਕ ਅਸੈਂਬਲੀ ਬੈਠੇਗੀ ਮਿਲੀ ਕਿੱਥੇ, ਵਿਮਾਰ ਦੇ ਵਿੱਚ. ਐਂਡ ਪ੍ਰੀਪੇਅਰਡ ਡੈਮੋਕ੍ਰੇਟਿਕ ਕੌਂਸਟੀਟਿਊਸ਼ਨ. ਤਾਂ ਇੱਕ ਉਹਨਾਂ ਨੇ ਡੈਮੋਕ੍ਰੇਟਿਕ ਕੌਂਸਟੀਟਿਊਸ਼ਨ ਤਿਆਰ ਕੀਤਾ. ਦੈਟ ਐਸਟੈਬਲਿਸ਼ ਅ ਫੈਡਰਲ ਸਟਰਕਚਰ ਇਨ ਜਰਮਨੀ. ਜਿਸ ਦੇ ਵਿੱਚ ਇੱਕ ਫੈਡਰਲ ਸਟਰਕਚਰ ਤਿਆਰ ਕੀਤਾ ਗਿਆ, ਜਰਮਨੀ ਦੇ ਵਿੱਚ ਆਇਆ ਸਾਹਮਣੇ. ਹੁਣ ਫੈਡਰਲ ਸਟਰਕਚਰ ਕੀ ਹੁੰਦਾ, ਜਿਹਦੇ ਵਿੱਚ ਕੀ ਹੁੰਦਾ ਕਿ ਫੈਡਰਲਿਜ਼ਮ ਆਪਾਂ ਦੇਖਦੇ ਹਾਂ ਨਾ, ਤਾਂ ਫੈਡਰਲਿਜ਼ਮ ਕੀ ਹੁੰਦਾ ਇੱਕ, ਤਾਂ ਉਹਦੇ ਵਿੱਚ ਕੀ ਹੈ ਕਿ ਸਟੇਟ ਔਰ ਜੋ ਸੈਂਟਰ ਹੈ ਉਹਨਾਂ ਦੇ ਵਿੱਚ ਜੋ ਕਿ ਡੈਮੋਕ੍ਰੇਟਿਕ ਰੂਲਸ ਹੁੰਦੇ ਆ ਨਾ, ਉਹ ਹਾਫ ਵੰਡੇ ਜਾਂਦੇ ਆ ਕਿ ਕੰਟਰੀ ਦੇ ਜੋ ਵੀ ਹੈ ਇੱਕ ਰੂਲਸ ਰੈਗੂਲੇਸ਼ਨਸ ਹੁੰਦੇ ਨੇ. ਕੁਛ ਕੰਟਰੀਜ਼ ਸੈਂਟਰ ਗੌਰਮੈਂਟ ਦੇ ਅੰਡਰ ਹੁੰਦੇ, ਕੁਛ ਸਟੇਟ ਦੇ. ਠੀਕ ਹੈ. ਸੋ ਇਸ ਤਰ੍ਹਾਂ ਹੁੰਦਾ ਹੈ ਫੈਡਰਲ ਸਟਰਕਚਰ. ਸੋ ਇਸ ਤਰੀਕੇ ਦਾ ਐਸਟੈਬਲਿਸ਼ ਕੀਤਾ ਗਿਆ ਫੈਡਰਲ ਸਟਰਕਚਰ ਜਰਮਨੀ ਦੇ ਵਿੱਚ. ਓਕੇ. ਨੰਬਰ 4, ਮੈਂਬਰਸ ਔਰ ਡਿਪਟੀਜ਼ ਵਰ ਨਾਓ ਇਲੈਕਟਡ ਟੂ ਦ ਜਰਮਨ ਪਾਰਲੀਮੈਂਟ ਕਾਲਡ ਰਿਸਟੈਗ on the basis of universal adult franchise. तो universal adult franchise ਦੇ ਅਕੋਰਡਿੰਗ ਮੈਂਬਰਸ ਡਿਪਟੀਜ਼ ਨੂੰ ਇਲੈਕਟ ਕੀਤਾ ਗਿਆ ਜਰਮਨ ਪਾਰਲੀਮੈਂਟ ਦੇ ਵਿੱਚ. ਠੀਕ ਹੈ. तो it means that is a मतलब see that the votes were cast by all adults including women on equal and universal basis. ਤਾਂ ਇਸ ਦਾ ਮਤਲਬ ਇਹ ਸੀ ਕਿ ਵੋਟਸ ਵਗੈਰਾ, ਹੁਣ ਆਪਾਂ ਪੜ੍ਹਦੇ ਹਾਂ ਨਾ ਕਿ ਯੂਨੀਵਰਸਲ ਅਡਲਟ ਫਰੈਂਚਾਈਜ਼ ਕੀ ਹੈ, ਤੁਸੀਂ 8th ਤੱਕ ਇਹੀ ਕੁਛ ਪੜ੍ਹਦੇ ਆਏ ਹੋ, ਤਾਂ ਉਹਦੇ ਵਿੱਚ ਵੋਟ ਬਾਰੇ ਹੀ ਦੱਸਿਆ ਹੁੰਦਾ. ਤਾਂ ਇਹੀ ਸੀ ਕਿ ਸਾਰੇ ਹੀ ਵੋਟ ਆਪਣੀ ਪਾ ਸਕਦੇ ਨੇ, ਲਾਈਕ ਲੇਡੀਜ਼, ਵੂਮੈਨਸ, ਹੈ ਨਾ, ਇਕੁਅਲ ਰਾਈਟਸ ਨੇ ਉਹਨਾਂ ਨੂੰ ਵੋਟ ਪਾਉਣ ਦੇ, ਐਡਲਟਸ ਨੂੰ. ਠੀਕ ਹੈ. ਔਨ ਦ ਯੂਨੀਵਰਸਲ ਬੇਸਿਸ. ਸੋ 5th ਇਜ਼ ਦ ਵਿਮਾਰ ਰਿਪਬਲਿਕ ਹਾਊਐਵਰ ਵਾਜ਼ ਨਾਟ ਰਿਸੀਵਡ ਵੈਲ ਬਾਈ ਇਟਸ ਓਨ ਪੀਪਲ. ਤਾਂ ਜੋ ਵਿਮਾਰ ਰਿਪਬਲਿਕ ਨੂੰ ਉਸ ਟਾਈਮ ਕੋਈ ਪੁੱਛ ਨਹੀਂ ਰਿਹਾ ਸੀਗਾ, ਹੈ ਨਾ, ਉਹਨਾਂ ਦੇ ਆਪਣੇ ਲੋਕ ਹੀ ਨਹੀਂ ਉਹਨਾਂ ਨੂੰ ਇੰਨਾ ਭਾਅ ਦੇ ਰਹੇ ਸੀਗੇ. ਬਿਕੋਜ਼ ਇਟ ਵਾਜ਼ ਫੋਰਸ ਟੂ ਐਗਰੀ ਦ ਅਨਜਸਟ ਟਰਮਸ ਆਫ ਦ ਪੀਸ ਟ੍ਰੀਟੀ ਮੇਡ ਐਟ ਵਰਸਲ. ਜੋ ਵਰਸਲ ਦੇ ਵਿੱਚ ਪੀਸ ਟ੍ਰੀਟੀ ਹੋਈ ਸੀ, ਉਹਨਾਂ ਨੂੰ ਕਿਹਾ ਗਿਆ ਸੀ ਉਸਦੇ ਹੀ ਜਿਹੜੀਆਂ ਟਰਮਸ ਨੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਸੀ ਕਿ ਤੁਸੀਂ ਉਹਨਾਂ ਦੇ ਅਕੋਰਡਿੰਗ ਚੱਲਣਾ. ਠੀਕ ਹੈ ਜੀ. ਸੋ ਦਿਸ ਵਾਜ਼ ਦ ਫਸਟ ਕੁਐਸਚਨ. Now the question number 2. The Weimar constitution had some inherent defects which made it unstable and vulnerable to dictatorship. Explain. ਤਾਂ ਇਸ ਦੇ ਵਿੱਚ ਇਹੀ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਜਿਹੜੀ ਵਿਮਾਰ ਕੌਂਸਟੀਟਿਊਸ਼ਨ ਸੀ, ਹੈ ਨਾ, ਜੋ ਬਣੀ ਹੈ, ਉਹਦੇ ਕੁਛ ਇਨਹੈਰੈਂਟ ਡਿਫੈਕਟ ਸੀ ਜਾਂ ਕਿਸ ਤਰੀਕੇ ਨਾਲ ਇਸ ਤਰ੍ਹਾਂ ਉਹ ਮਤਲਬ ਪ੍ਰੋਪਰ ਚੱਲ ਨਹੀਂ ਰਹੀ ਸੀ ਵਿਮਾਰ ਰਿਪਬਲਿਕ ਕੌਂਸਟੀਟਿਊਸ਼ਨ, ਉਸਨੂੰ ਕੋਈ ਇੰਨੇ ਸਫਲ ਨਹੀਂ ਹੋਈ. ਕਿਉਂ ਨਹੀਂ ਹੋਈ, ਹੈ ਨਾ. ਐਂਡ ਔਰ ਸੈਕਿੰਡ ਇਸ ਦੇ ਨਾਲ ਇਹ ਵੀ ਇਸ ਤਰੀਕੇ ਦੇ ਨਾਲ ਵੀ ਕੁਐਸਚਨ ਆ ਸਕਦਾ, ਐਗਜ਼ਾਮਿਨ 2 ਇਨਹੈਰੈਂਟ ਡਿਫੈਕਟਸ ਇਨ ਦ ਵਿਮਾਰ ਕੌਂਸਟੀਟਿਊਸ਼ਨ, ਯਾਨੀ ਕਿ 2 ਕਮਜ਼ੋਰੀਆਂ ਜਾਂ ਡਿਫੈਕਟਸ ਜੋ ਸੀਗੇ ਇਨ ਵਿਮਾਰ ਕੌਂਸਟੀਟਿਊਸ਼ਨ ਦੇ ਵਿੱਚ ਕੀ ਸੀ. ਤਾਂ ਫਸਟ ਇਜ਼ ਆਨਸਰ, ਦ ਸਿਸਟਮ ਆਫ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਮੇਡ ਅਚੀਵਿੰਗ ਅ ਮੈਜੋਰਟੀ ਬਾਈ one party a near impossible task leading to the rule by coalitions. ਦੇਖੋ ਪਤਾ ਕਿਆ ਹੈ ਕਿ ਪ੍ਰੋਪੋਰਸ਼ਨਲ ਯਾਨੀ ਕਿ ਮਤਲਬ ਦੋ ਪਾਰਟੀਜ਼ ਹੈ ਤਾਂ ਕੁਛ ਉਹਨਾਂ ਨੂੰ ਪਾ ਰਹੇ, ਕੁਛ ਉਹਨਾਂ ਨੂੰ ਇੱਕ ਬਰਾਬਰਤਾ ਦੇ ਵਿੱਚ ਹੋ ਰਿਹਾ ਸੀ, ਹੈ ਨਾ, ਇੱਧਰ ਵੀ ਹੋ ਰਿਹਾ ਸੀ, ਦੂਸਰੀ ਪਾਰਟੀ ਨੂੰ ਵੀ ਪ੍ਰੋਪਰ ਵੋਟਿੰਗ ਪੈ ਰਹੀ ਸੀ.
ਤਾਂ ਕਿਸੇ ਨੂੰ ਵੀ ਮੇਜੋਰਟੀ ਨਹੀਂ ਮਿਲ ਸਕੀ। ਠੀਕ ਹੈ, ਇਟ ਮੇਡ ਅਚੀਵਿੰਗ ਅ ਮੇਜੋਰਟੀ ਬਾਏ ਵਨ ਪਾਰਟੀ ਅ ਨੀਅਰ ਇੰਪੋਸੀਬਲ ਟਾਸਕ ਹੋ ਚੁੱਕਿਆ ਸੀ, ਕੋਈ ਇੱਕ ਪਾਰਟੀ ਨਹੀਂ ਖੜ ਰਹੀ ਸੀ। ਸੋ ਇਟ ਲੀਡਿੰਗ ਟੂ ਦ ਰੂਲ ਬਾਈ ਕੋਆਲੀਸ਼ਨਸ, ਤਾਂ ਗੱਠਜੋੜ ਦੇ ਦੁਆਰਾ ਹੀ ਰੂਲ ਕੀਤਾ ਗਿਆ ਹੈ ਨਾ, ਸਭ ਨੇ ਕਿਸੇ ਨੇ ਆਪਣਾ ਕਿਸੇ ਨੇ ਆਪਣਾ, ਇਸ ਤਰੀਕੇ ਦੇ ਨਾਲ ਚੱਲ ਰਿਹਾ ਸੀ। ਆਰਟੀਕਲ 48 ਵਿਚ ਗੇਵ ਦਾ ਪ੍ਰੈਸੀਡੈਂਟ ਦਾ ਪਾਵਰ ਟੂ ਇੰਪੋਜ਼ ਐਮਰਜੈਂਸੀ। ਹੁਣ ਆਰਟੀਕਲ 48 ਜਿਹੜਾ ਸੀ 48 ਉਹਨੇ ਪ੍ਰੈਸੀਡੈਂਟ ਦੇ ਵਿੱਚ ਨੂੰ ਪਾਵਰਸ ਦੇ ਰੱਖਿਆ ਸੀ ਕਿ ਤੁਸੀਂ ਕਿਸੇ ਵੀ ਵੇਲੇ ਐਮਰਜੈਂਸੀ ਇੰਪੋਜ਼ ਕਰ ਸਕਦੇ ਹੋ, ਸਿਵਲ ਰਾਈਟਸ ਜਿਹੜੇ ਵੀ ਨੇ ਉਹਨਾਂ ਨੂੰ ਖ਼ਤਮ ਕਰ ਸਕਦੇ ਹੋ, ਖਾਰਜ ਕਰ ਸਕਦੇ ਹੋ, ਸਸਪੈਂਡ ਕਰ ਸਕਦੇ ਹੋ, ਅਤੇ ਰੂਲ ਬਾਈ ਡਿਕਰੀ ਹੈ ਨਾ। ਤਾਂ ਜੋ ਵੀ ਹੈ ਉਹਨਾਂ ਦੇ ਹੱਥ ਵਿੱਚ ਸੀ ਪ੍ਰੈਸੀਡੈਂਟ ਦੇ। ਥਰਡ ਇਜ਼ ਵਿਦ ਇਨ ਇਟਸ ਸ਼ਾਰਟ ਲਾਈਫ, ਥੋੜ੍ਹੇ ਹੀ ਸਮੇਂ ਵਿੱਚ ਦੇਖੋ ਵੀਮਾਰ ਰਿਪਬਲਿਕ ਨੂੰ ਕੀ ਕੁਛ ਦੇਖਣਾ ਪਿਆ। ਅਤੇ ਵੀਮਾਰ ਰਿਪਬਲਿਕ 20 ਡਿਫਰੈਂਟ ਕੈਬਨਿਟ, 20 ਅਲੱਗ-ਅਲੱਗ ਕੈਬਨਿਟਸ ਦੇਖਣ ਨੂੰ ਮਿਲੀਆਂ ਵੀਮਾਰ ਰਿਪਬਲਿਕ ਵਿੱਚ, ਲਾਸਟਿੰਗ ਔਨ ਐਨ ਐਵਰੇਜ 239 ਡੇਜ਼ ਦੇ ਵਿੱਚ ਹੀ 20 ਅਲੱਗ-ਅਲੱਗ ਕੈਬਨਿਟਸ ਬਣ ਗਈਆਂ। ਐਂਡ ਅ ਲਿਬਰਲ ਯੂਜ਼ ਆਫ ਆਰਟੀਕਲ 48, ਅਤੇ 48 ਦਾ ਲਿਬਰਲ ਯੂਜ਼ ਹੋਇਆ। ਠੀਕ ਹੈ, ਇਸ ਤਰੀਕੇ ਨਾਲ। ਯੈਟ ਦ ਕ੍ਰਾਈਸਿਸ ਕੁਡ ਨਾਟ ਬੀ ਮੈਨੇਜ, ਜੋ ਵੀ ਕ੍ਰਾਈਸਿਸ ਨੁਕਸਾਨ ਹੋ ਰਿਹਾ ਸੀ ਜੋ ਵੀ ਸੀ ਹੈ ਨਾ, ਤਾਂ ਉਸ ਨੂੰ ਨਹੀਂ ਉਹ ਮੈਨੇਜ ਕਰ ਪਾ ਸਕੇ। ਪੀਪਲ ਲੋਸਟ ਕੌਨਫੀਡੈਂਸ ਇਨ ਦ ਡੈਮੋਕ੍ਰੇਟਿਕ ਪਾਰਲੀਮੈਂਟਰੀ ਸਿਸਟਮ, ਅਤੇ ਲੋਕਾਂ ਨੇ ਵੀ ਆਪਣਾ ਜੋ ਵਿਸ਼ਵਾਸ ਸੀਗਾ ਡੈਮੋਕ੍ਰੇਟਿਕ ਪਾਰਲੀਮੈਂਟਰੀ ਦੇ ਉੱਤੋਂ ਖ਼ਤਮ ਕਰ ਦਿੱਤਾ ਸੀਗਾ ਹੈ ਨਾ, ਲੋਕਾਂ ਦਾ ਵੀ ਵਿਸ਼ਵਾਸ ਨਹੀਂ ਰਿਹਾ ਸੀ। ਵਿਚ ਸੀਮ ਟੂ ਆਫਰ ਨੋ ਸੋਲਿਊਸ਼ਨਸ, ਜਿਹਦਾ ਕੋਈ ਵੀ ਸੋਲਿਊਸ਼ਨ ਨਹੀਂ ਨਿਕਲ ਕੇ ਆ ਰਿਹਾ ਸੀ। ਤਾਂ ਇਸ ਕਰਕੇ ਇਹਦੇ ਕੁਝ ਡਿਫੈਕਟਸ ਜਿਹੜੇ ਸੀ ਦੇਖੇ ਗਏ ਸੀ ਵੀਮਾਰ ਕੌਨਸਟੀਟਿਊਸ਼ਨ ਦੇ ਵਿੱਚ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਹੈ ਐਨਾਲਾਈਜ਼ ਦਾ ਇੰਪੈਕਟ ਆਫ ਇਕਨੋਮਿਕ ਕ੍ਰਾਈਸਿਸ 1929 ਔਨ ਜਰਮਨੀ, ਜੋ ਕਿ ਕਹਿੰਦੇ ਕਿ ਕੀ ਅਸਰ ਹੋਇਆ, ਮਤਲਬ ਆਪਾਂ ਉਹਦੇ ਬਾਰੇ ਦੱਸੋ। 1929 ਦੇ ਵਿੱਚ ਜਰਮਨੀ ਦੇ ਉੱਤੇ ਜੋ ਕਿ ਇਕਨੋਮਿਕ ਕ੍ਰਾਈਸਿਸ ਆਏ। ਤਾਂ ਫਸਟ ਪੁਆਇੰਟ ਹੈ ਦ ਜਰਮਨ ਇਕਨੋਮੀ ਵਾਜ਼ ਦ ਵਰਸਟ ਹਿਟ ਬਾਏ ਦ ਇਕਨੋਮਿਕ ਕ੍ਰਾਈਸਿਸ, ਤਾਂ ਜਰਮਨੀ ਦੀ ਇਕਨੋਮੀ ਸੀ, ਜੋ ਆਰਥਿਕਤਾ ਸੀਗੀ, ਉਹ ਕਾਫੀ ਜ਼ਿਆਦਾ ਨੀਚੇ ਤੱਕ ਡਿੱਗ ਗਈ ਇਕਨੋਮਿਕ ਕ੍ਰਾਈਸਿਸ ਆਉਣ ਦੇ ਨਾਲ। ਨੰਬਰ 2, ਬਾਈ 1932 ਇੰਡਸਟਰੀਅਲ ਪ੍ਰੋਡਕਸ਼ਨ ਵਾਜ਼ ਰਿਡਿਊਸ ਟੂ 40% ਆਫ ਦ 1929 ਲੈਵਲ। 1929 ਦੇ ਵਿੱਚ ਜਿੰਨੀ ਸੀ ਨਾ, ਉਸ ਤੋਂ ਵੀ 40% ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਸੀ ਉਹ ਘੱਟ ਗਈ 1932 ਤੱਕ ਆਉਂਦੇ ਆਉਂਦੇ। ਉਸ ਤੋਂ ਬਾਅਦ ਥਰਡ ਇਜ਼ ਵਰਕਰਸ ਲੌਸ ਦੇਅਰ ਜੌਬਸ ਔਰ ਵਰ ਪੇਡ ਰਿਡਿਊਸਡ ਵੇਜਸ, ਜਿਹੜੇ ਵਰਕਰ ਸੀ ਮਜ਼ਦੂਰ ਸੀ ਉਹਨਾਂ ਨੂੰ ਜੌਬ ਖੋਣੀ ਪਈ, ਉਹਨਾਂ ਦੇ ਹੱਥੋਂ ਜੌਬ ਨਿਕਲ ਗਈ, ਅਤੇ ਉਹਨਾਂ ਨੂੰ ਜਿਹੜੇ ਵੇਜ ਜੋ ਵੀ ਉਹਨਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ ਨਾ ਉਹ ਵੀ ਘਟਾ ਕੇ ਦਿੱਤੀ ਜਾਂਦੀ ਗਈ। ਠੀਕ ਹੈ। ਨੰਬਰ 4, ਨੰਬਰ ਆਫ ਅਨਇੰਪਲੋਇਡ ਟੱਚ ਐਂਡ ਅਨਪ੍ਰੈਜ਼ੈਂਟਡ 6 ਮਿਲੀਅਨਸ, ਦਾ ਨੰਬਰ ਆਫ ਅਨਇੰਪਲੋਇਡ ਟੱਚ। ਠੀਕ ਹੈ, 6 ਮਿਲੀਅਨ ਜਿਹੜੇ ਸੀ, ਅਨਪ੍ਰੈਜ਼ੈਂਟਡ 6 ਮਿਲੀਅਨਸ ਦਾ, ਤਾਂ ਬਸ 6 ਮਿਲੀਅਨ ਜਿਹੜੀ ਸੀ ਉਹ ਅਨਇੰਪਲੋਇਡ, ਲਾਈਕ ਆਪਾਂ ਕਹਿ ਸਕਦੇ ਹਾਂ ਬੇਰੁਜ਼ਗਾਰ ਜਿਹੜੇ ਮਜ਼ਦੂਰ ਸੀ ਜਾਂ ਲੋਕ ਸੀਗੇ ਨਾ, ਇੰਨੇ ਹੋ ਗਏ ਸੀ, 6 ਮਿਲੀਅਨ ਦੇ ਕਰੀਬ ਹੋ ਗਏ ਸੀ। ਫਿਫਥ ਇਜ਼ ਦਾ ਇਕਨੋਮਿਕ ਕ੍ਰਾਈਸਿਸ ਕ੍ਰੀਏਟਡ ਡੀਪ ਐਨੈਕਸੀਟੀਜ਼ ਐਂਡ ਫੀਅਰਸ ਇਨ ਪੀਪਲ, ਤੋ ਜਿਹੜੀ ਇਕਨੋਮਿਕ ਕ੍ਰਾਈਸਿਸ ਦੀ ਉਹਦੇ ਨਾਲ ਨਾ ਬਹੁਤ ਜ਼ਿਆਦਾ ਲੋਕ ਐਨੈਕਸੀਟੀਜ਼ ਐਂਡ ਫੀਅਰ, ਡਰ, ਟੈਨਸ਼ਨਸ ਪੈ ਗਈਆਂ ਉਹਨਾਂ ਦੇ ਹੈ ਨਾ। ਦਾ ਮਿਡਲ ਕਲਾਸਿਸ ਸਪੈਸ਼ਲੀ ਸੈਲਰੀਡ ਇੰਪਲੋਇਜ਼ ਜਿਹੜੇ ਕਿ ਨੌਕਰੀ ਕਰਦੇ ਸੀ, ਮਿਡਲ ਕਲਾਸ ਦੇ ਲੋਕ ਸੀਗੇ, ਐਂਡ ਪੈਨਸ਼ਨਰਸ ਜਿਹਨਾਂ ਨੂੰ ਪੈਨਸ਼ਨਸ ਆਉਂਦੀਆਂ ਸੀ, ਸੋ ਦੇਅਰ ਸੇਵਿੰਗ ਡਾਇਮਿਨਿਸ਼ ਵੈਨ ਦ ਕਰੰਸੀ ਲੋਸਟ ਇਟਸ ਵੈਲਿਊ, ਤਾਂ ਉਹ ਵੀ ਬਹੁਤ ਗਿਰਾਵਟ ਆ ਗਈ ਉਹਨਾਂ ਦੀ ਸੈਲਰੀਜ਼ ਦੇ ਵਿੱਚ ਵੀ। ਤਾਂ ਜਿਵੇਂ ਜਿਵੇਂ ਕਰੰਸੀ ਨੇ ਆਪਣੀ ਵੈਲਿਊ ਖੋ ਦਿੱਤੀ। ਸਮਾਲ ਬਿਜ਼ਨਸਮੈਨ, ਦ ਸੈਲਫ ਇੰਪਲੋਇਡ ਐਂਡ ਰਿਟੇਲਰ ਸਫਰਡ ਐਜ਼ ਦੇਅਰ ਬਿਜ਼ਨਸਿਸ ਗੋਟ ਰੂਇਨਡ, ਤਾਂ ਜਿਹੜੇ ਵੀ ਬਿਜ਼ਨਸਮੈਨ ਸੀਗੇ ਛੋਟੇ ਵੱਡੇ ਹੈ ਨਾ, ਤਾਂ ਜੋ ਸੈਲਫ ਇੰਪਲੋਇਡ ਸੀ, ਖੁਦ ਆਪਣੇ ਕਾਰੋਬਾਰ ਚਲਾ ਰਹੇ ਸੀ, ਖੁਦ ਆਪਣਾ ਕੰਮ ਕਰਕੇ ਗੁਜ਼ਾਰਾ ਕਰ ਰਹੇ ਸੀ, ਉਹਨਾਂ ਨੂੰ ਵੀ ਬਹੁਤ ਘਾਟਾ ਹੋਇਆ। ਪੀਪਲ ਲੋਸਟ ਕੌਨਫੀਡੈਂਸ ਇਨ ਦ ਡੈਮੋਕ੍ਰੇਟਿਕ ਪਾਰਲੀਮੈਂਟਰੀ ਸਿਸਟਮ, ਲੋਕਾਂ ਨੇ ਡੈਮੋਕ੍ਰੇਟਿਕ ਪਾਰਲੀਮੈਂਟਰੀ ਸਿਸਟਮ ਤੋਂ ਵਿਸ਼ਵਾਸ ਮਤਲਬ ਲੋਕਾਂ ਦਾ ਖਤਮ ਹੋ ਗਿਆ। ਵਿਚ ਸੀਮਸ ਟੂ ਆਫਰ ਨੋ ਸੋਲਿਊਸ਼ਨ, ਜਿਹਦਾ ਕੋਈ ਹੁਣ ਸੋਲਿਊਸ਼ਨ ਵੀ ਨਹੀਂ ਸੀ। ਦਿਸ ਕ੍ਰਾਈਸਿਸ ਇਨ ਦ ਇਕੋਨੋਮੀ, ਪੋਲਿਟੀ ਐਂਡ ਸੋਸਾਇਟੀ ਫੋਰਮ ਦ ਬੈਕਗਰਾਊਂਡ ਟੂ ਹਿਟਲਰ ਰਾਈਜ਼ ਟੂ ਪਾਵਰ, ਤਾਂ ਇਹ ਸਾਰੀਆਂ ਚੀਜ਼ਾਂ ਸੀ ਜਿਹਦੇ ਕਰਕੇ ਹਿਟਲਰ ਦੀ ਜਿਹੜੀ ਪਾਵਰ ਹੈ ਉਹ ਰਾਈਜ਼ ਹੋ ਚੁੱਕੀ ਸੀ। ਠੀਕ ਹੈ ਜੀ।